ਹੈਲੋ ਦੋਸਤੋ, ਸਾਡੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਸਾਇੰਸ ਦਾ ਪਾਰਟ 34 ਲੈ ਕੇ ਆਏ ਹਾਂ, ਜਿਹਦੇ ਵਿੱਚ ਆਪਾਂ ਫੋਰਸ ਐਂਡ ਲਾਜ਼ ਆਫ ਮੋਸ਼ਨ ਬਾਰੇ ਗੱਲ ਕਰਾਂਗੇ, ਯਾਨੀ ਕਿ ਬਲ ਅਤੇ ਗਤੀ ਦੇ ਨਿਯਮ। ਇਹਨਾਂ ਬਾਰੇ ਆਪਾਂ ਕੁਝ ਕੁ ਕੁਐਸਚਨ ਆਨਸਰ ਡਿਸਕਸ ਕਰਾਂਗੇ ਅਤੇ ਕੁਝ ਕੁ ਆਪਾਂ ਇਹਦੀਆਂ ਡੈਫੀਨੇਸ਼ਨਸ ਇਹਦੇ ਬਾਰੇ ਇੰਟਰੋਡਿਊਸ ਕਰਾਂਗੇ ਚੈਪਟਰ ਦੇ ਵਿੱਚ ਕੀ ਕੁਝ ਨੇ। ਸਭ ਤੋਂ ਪਹਿਲਾਂ ਦੋਸਤੋ ਗੱਲ ਕਰਦੇ ਹਾਂ ਬਲ, ਫੋਰਸ ਯਾਨੀ ਕਿ ਬਲ ਕੀ ਚੀਜ਼ ਆ। ਕਹਿੰਦਾ ਉਹ ਬਾਹਰੀ ਕਾਰਕ ਜੋ ਕਿ ਕਿਸੇ ਵਸਤੂ ਦੀ ਸਥਿਤੀ ਬਦਲ ਸਕਦਾ। ਸਥਿਤੀ ਮਤਲਬ ਵੀ ਜੇ ਕੋਈ ਵਸਤੂ ਬਰਾਮ ਅਵਸਥਾ ਜਾਂ ਮਤਲਬ ਕਿ ਰੈਸਟ ਪੋਜੀਸ਼ਨ 'ਤੇ ਆ ਤਾਂ ਉਹਨੂੰ ਉਹ ਗਤੀ 'ਚ ਲਿਆ ਸਕਦਾ, ਉਹਨੂੰ ਯਾਨੀ ਕਿ ਮੋਸ਼ਨ 'ਚ ਲਿਆ ਸਕਦਾ। ਅਤੇ ਜੇ ਕੋਈ ਵਸਤੂ ਗਤੀ 'ਚ ਆ, ਵੀ ਮੋਸ਼ਨ ਦੇ ਵਿੱਚ ਆ, ਕੋਈ ਵਸਤੂ ਚੱਲ ਰਹੀ ਆ, ਤਾਂ ਉਹਨੂੰ ਉਹ ਰੋਕ ਕੇ ਉਹਨੂੰ ਬਰਾਮ ਅਵਸਥਾ ਯਾਨੀ ਕਿ ਉਹਨੂੰ ਰੈਸਟ ਪੋਜੀਸ਼ਨ 'ਤੇ ਲਿਆ ਸਕਦਾ। ਜਾਂ ਆਪਾਂ ਇਹ ਵੀ ਕਹਿ ਸਕਦੇ ਹਾਂ ਵੀ ਜੇ ਕੋਈ ਵਸਤੂ ਆ, ਜੇ ਉਹਦੀ ਗਤੀ ਆ ਜਿਹੜੀ, ਉਹਨੂੰ ਹੌਲੀ ਜਾਂ ਤੇਜ਼ ਵੀ ਕਰ ਸਕਦਾ। ਹੁਣ ਮੰਨ ਲਓ ਕੋਈ ਇੱਕ ਤਰ੍ਹਾਂ ਨਾਲ ਸਾਈਕਲ ਚਲਾ ਰਿਹਾ ਕੋਈ, ਜੇ ਆਪਾਂ ਸਾਈਕਲ ਹੌਲੀ ਚੱਲ ਰਿਹਾ, ਜੇ ਆਪਾਂ ਪਿੱਛੋਂ ਉਹਨੂੰ ਧੱਕਾ ਲਾ ਦਿਆਂਗੇ, ਧੱਕਾ ਲਾਉਣ ਦਾ ਮਤਲਬ ਉਹਨੂੰ ਬਲ ਦੇ ਦਿਆਂਗੇ, ਕੋਈ ਫੋਰਸ ਲਗਾ ਦਿਆਂਗੇ, ਤਾਂ ਉਹ ਸਾਈਕਲ ਕੀ ਆ, ਤੇਜ਼ ਹੋ ਜਾਊਗੀ। ਤਾਂ ਇਹ ਹੈ ਜਿਹੜੀ ਫੋਰਸ ਹੁੰਦੀ ਆ ਬਲ। ਤਾਂ ਦੋਸਤੋ ਜਿਹੜਾ ਬਲ ਆ ਇੱਕ ਇਹ ਸਦਿਸ਼ ਰਾਸ਼ੀ ਆ। ਸਦਿਸ਼ ਰਾਸ਼ੀ ਦਾ ਮਤਲਬ ਵੀ ਵੈਕਟਰ ਕੁਆਂਟਿਟੀ ਆ, ਵੀ ਇਹਦੀ ਦਿਸ਼ਾ ਵੀ ਹੁੰਦੀ ਆ ਅਤੇ ਪ੍ਰਮਾਣ ਵੀ, ਮਤਲਬ ਡਾਇਰੈਕਸ਼ਨ ਵੀ ਹੈ ਇਹਦੀ ਅਤੇ ਇਹਦਾ ਮੈਗਨੀਟਿਊਡ। ਹੁਣ ਮੈਗਨੀਟਿਊਡ ਤਾਂ ਹੁੰਦੀ ਆ ਕਿਉਂਕਿ ਕੋਈ ਵਸਤੂ ਆ ਜੇ ਉਹ ਸਥਿਰ ਅਵਸਥਾ ਦੇ ਵਿੱਚ ਆ, ਜੇ ਉਹ ਗਤੀ ਕਰਨ ਲੱਗ ਜੇ ਬਲ ਲਾਉਣ ਨਾਲ, ਫੋਰਸ ਲਾਉਣ ਨਾਲ, ਇਹਦਾ ਮਤਲਬ ਉਹਦਾ ਮੈਗਨੀਟਿਊਡ ਹੈਗਾ। ਹੁਣ ਦਿਸ਼ਾ ਕੀ ਆ, ਹੁਣ ਆਪਾਂ ਨੂੰ ਪਤਾ ਵੀ ਜਿਹੜਾ ਬਲ ਆ ਵੀ ਆਪਾਂ ਜਿੱਧਰ ਨੂੰ ਬਲ ਲਾਵਾਂਗੇ ਉੱਧਰ ਨੂੰ ਉਸ ਦੀ ਮੂਵਮੈਂਟ ਹੋਊਗੀ। ਤਾਂ ਇਹ ਕੀ ਇੱਕ ਵੈਕਟਰ ਕੁਆਂਟਿਟੀ ਆ ਗਈ। ਇਹਦਾ ਇੱਕ ਫਾਰਮੂਲਾ ਹੁੰਦਾ ਵੀ ਫੋਰਸ ਆ ਜਿਹੜੀ ਉਹ ਬਰਾਬਰ ਹੁੰਦੀ ਆ ਮਾਸ ਇਨਟੂ ਐਕਸਲਰੇਸ਼ਨ, ਵੀ ਪੁੰਜ ਗੁਣਾ ਪ੍ਰਵੇਗ। ਇਹ ਆਪਾਂ ਅੱਗੇ ਨਿਊਟਨ ਦੇ ਲਾਜ਼ ਦੇ ਵਿੱਚ ਵੀ ਪੜ੍ਹਾਂਗੇ ਇਹਦੇ ਬਾਰੇ। ਤਾਂ ਦੋਸਤੋ ਅੱਗੇ ਇੱਕ ਕੁਐਸਚਨ ਬਣ ਜਾਂਦਾ ਇਹਦੇ ਵਿੱਚੋਂ ਵੀ ਬਲ ਦਾ ਪਤਾ ਲਗਾਉਣ ਲਈ ਹੇਠ ਲਿਖਿਆਂ ਵਿੱਚੋਂ ਕਿਹੜੀ ਸਮੀਕਰਨ ਸਹੀ ਹੈ, ਵੀ ਜਿਹੜੀ ਫੋਰਸ ਦੀ ਕਿਹੜੀ ਇਕੁਏਸ਼ਨ ਆ ਜਿਹਦੇ ਰਾਹੀਂ ਆਪਾਂ ਫੋਰਸ ਨੂੰ ਪਤਾ ਕਰ ਸਕਦੇ ਹਾਂ। ਤਾਂ ਇਹਦਾ ਰਾਈਟ ਆਨਸਰ ਹੈਗਾ ਦੋਸਤੋ, ਪਿੱਛੇ ਤੁਹਾਨੂੰ ਦੱਸੀਏ, ਜਿਵੇਂ ਆਪਸ਼ਨ ਨੰਬਰ ਬੀ, ਯਾਨੀ ਕਿ ਫੋਰਸ ਕੀ ਆ ਇਜ ਇਕੁਅਲ ਟੂ ਮਾਸ ਇਨਟੂ ਐਕਸਲਰੇਸ਼ਨ, ਵੀ ਮਾਸ ਗੁਣਾ ਐਕਸਲਰੇਸ਼ਨ। ਇਹ ਹੈ ਜਿਹੜੀ ਇਹਦੇ ਰਾਹੀਂ ਆਪਾਂ ਨੁਮੈਰੀਕਲ ਅੱਗੇ ਹੋਣਗੇ, ਉਹ ਇਹਦੇ ਰਾਹੀਂ ਆਪਾਂ ਫੋਰਸ ਆ ਜਿਹੜੀ ਕੈਲਕੂਲੇਟ ਕਰ ਸਕਦੇ ਹਾਂ। ਅੱਗੇ ਦੋਸਤੋ ਕੁਐਸਚਨ ਆਉਂਦਾ, ਕਹਿੰਦਾ ਹੇਠ ਲਿਖਿਆਂ ਵਿੱਚੋਂ ਕਿਹੜੀ ਰਾਸ਼ੀ ਸਦਿਸ਼ ਹੈ। ਸਦਿਸ਼ ਦਾ ਮਤਲਬ ਵੈਕਟਰ ਕੁਆਂਟਿਟੀ ਆ, ਵੀ ਜਿਹਦੀ ਦਿਸ਼ਾ ਵੀ ਹੋਵੇ ਅਤੇ ਮੈਗਨੀਟਿਊਡ ਵੀ ਹੋਵੇ। ਇਸ ਲਈ ਤੁਸੀਂ ਨਾ ਲਾਸਟ ਜਿਹੜੀ ਵੀਡੀਓ ਆ ਦੋਸਤੋ ਮੋਸ਼ਨ 'ਤੇ, ਗਤੀ 'ਤੇ ਬਣਾਈ, ਉਹਦੇ ਵਿੱਚ ਤੁਹਾਨੂੰ ਡਿਟੇਲ ਦੇ ਵਿੱਚ ਸਦਿਸ਼ ਰਾਸ਼ੀ ਅਤੇ ਅਦਿਸ਼ ਰਾਸ਼ੀ ਬਾਰੇ ਦੱਸਿਆ ਹੋਇਆ, ਤੁਸੀਂ ਉਹ ਜ਼ਰੂਰ ਜਾ ਕੇ ਦੇਖ ਲਿਓ। ਤਾਂ ਇਹਦਾ ਰਾਈਟ ਆਨਸਰ ਹੈਗਾ ਦੋਸਤੋ ਆਪਸ਼ਨ ਨੰਬਰ ਡੀ, ਯਾਨੀ ਕਿ ਉਪਰੋਕਤ ਸਾਰੇ। ਕਿਉਂਕਿ ਜਿਹੜਾ ਬਲ ਆ, ਫੋਰਸ ਆ, ਇਹ ਵੀ ਇੱਕ ਸਦਿਸ਼ ਰਾਸ਼ੀ ਹੈ। ਜਿਹੜਾ ਵੇਗ ਆ ਗਈ ਵੈਲੋਸਿਟੀ, ਇਹ ਵੀ ਇੱਕ ਸਦਿਸ਼ ਰਾਸ਼ੀ ਹੈ। ਸੀ ਨੰਬਰ 'ਤੇ ਆ ਗਿਆ ਵਿਸਥਾਪਨ ਯਾਨੀ ਕਿ ਡਿਸਪਲੇਸਮੈਂਟ, ਇਹ ਵੀ ਇੱਕ ਸਦਿਸ਼ ਰਾਸ਼ੀ ਹੈ, ਵੀ ਯਾਨੀ ਕਿ ਉਪਰੋਕਤ ਸਾਰੀਆਂ ਇਹ ਵੈਕਟਰ ਕੁਆਂਟੀਟੀਜ਼ ਆ ਜਾਂਦੀਆਂ ਨੇ। ਹੁਣ ਅੱਗੇ ਦੋਸਤੋ ਜਿਹੜਾ ਕਹਿੰਦਾ ਬਲ ਆ ਨਾ, ਇਹ ਦਾ ਹੁੰਦਾ ਵੀ ਫੋਰਸ ਟੂ ਟਾਈਪਸ ਦੀ ਹੁੰਦੀ ਹੈ। ਕਿਵੇਂ? ਇੱਕ ਤਾਂ ਹੁੰਦਾ ਸੰਤੁਲਿਤ ਬਲ, ਜਿਹਨੂੰ ਬੈਲੈਂਸਡ ਫੋਰਸ ਕਹਿੰਦੇ ਆ। ਇੱਕ ਹੁੰਦਾ ਅਸੰਤੁਲਿਤ ਬਲ, ਜਿਹਨੂੰ ਅਨਬੈਲੈਂਸਡ ਫੋਰਸ ਕਹਿੰਦੇ ਆ। ਹੁਣ ਜੇ ਮੰਨ ਲਓ ਸੰਤੁਲਿਤ ਬਲ ਕਿਹੜਾ ਹੋ ਗਿਆ, ਜਿਹਦੇ ਚਾਰੇ ਪਾਸੋਂ ਇੱਕੋ ਜਿਹਾ ਬਲ ਲੱਗੇ। ਹੁਣ ਆਪਾਂ ਕੋਈ ਚੀਜ਼ ਆ, ਮੰਨ ਲਓ ਕੋਈ ਵਸਤੂ ਆ, ਚੌਰਸ ਡੱਬਾ, ਉਹਨੂੰ ਆਪਾਂ ਚਾਰੇ ਸਾਈਡਾਂ ਤੋਂ ਧੱਕ ਰਹੇ ਹਾਂ, ਤਾਂ ਉਹਦੇ 'ਤੇ ਨੈੱਟ ਫੋਰਸ ਕੀ ਹੋ ਜੂ? ਜ਼ੀਰੋ ਹੋ ਜੂਗੀ, ਕਿਉਂਕਿ ਉਹ ਕਿਸੇ ਪਾਸੇ ਨੂੰ ਮੂਵ ਹੀ ਨਹੀਂ ਹੋਣਾ। ਉੱਧਰੋਂ ਵੀ ਉਨਾ ਪ੍ਰੈਸ਼ਰ ਪੈ ਰਿਹਾ, ਉੱਧਰੋਂ ਵੀ ਉਨਾ ਜ਼ੋਰ ਲੱਗ ਰਿਹਾ, ਉੱਧਰੋਂ ਵੀ ਬਲ ਉਨਾ, ਚੌਥੀ ਡਾਇਰੈਕਸ਼ਨ 'ਚ ਵੀ। ਇੱਕ ਹੁੰਦਾ ਅਸੰਤੁਲਿਤ ਬਲ। ਅਸੰਤੁਲਿਤ ਬਲ ਦਾ ਮਤਲਬ ਹੁੰਦਾ ਵੀ ਕਿਸੇ ਇੱਕ ਪਾਸੋਂ ਜ਼ਿਆਦਾ ਬਲ ਲੱਗਣਾ। ਹੁਣ ਸਪੋਜ਼ ਵੀ ਇੱਕ ਪਾਸੋਂ ਮੰਨ ਲਓ ਤੁਸੀਂ ਕੋਈ ਸਾਈਕਲ ਆ, ਸਾਈਕਲ ਅੱਗਿਓਂ ਆ ਰਿਹਾ, ਸਾਈਕਲ ਨੂੰ ਆਪਾਂ ਅੱਗੋਂ ਧੱਕਣ ਲੱਗ ਗਏ, ਸਾਈਕਲ ਫੋਰਸ ਘੱਟ ਲਗਾ ਰਿਹਾ, ਆਪਾਂ ਜ਼ਿਆਦਾ ਲਗਾ ਰਹੇ ਹਾਂ ਮੰਨ ਲਓ, ਤਾਂ ਜ਼ਿਆਦਾ ਲਗਾਉਣ ਨਾਲ ਕੀ ਸਾਈਕਲ ਆ ਜਿਹੜਾ ਉਹ ਪਿੱਛੇ ਵੱਲ ਨੂੰ ਮੂਵ ਕਰਨ ਲੱਗ ਜਾਊਗਾ। ਉਹ ਇੱਕ ਅਸੰਤੁਲਿਤ ਬਲ ਆ ਗਿਆ, ਜਿਹਨੂੰ ਅਨਬੈਲੈਂਸਡ ਫੋਰਸ ਕਹਿ ਦਿੰਦੇ ਆ। ਅੱਗੇ ਦੋਸਤੋ ਇੱਕ ਟਰਮ ਹੋਰ ਆ ਜਾਂਦੀ ਹੈ ਜੜਤਾ, ਇਹ ਵੀ ਇੰਪੋਰਟੈਂਟ ਆ, ਕਾਫੀ ਕੁਐਸਚਨ ਬਣ ਜਾਂਦੇ ਇਹਦੇ ਰਿਲੇਟਡ, ਜਿਹਨੂੰ ਅਨਰਸ਼ੀਆ ਕਹਿੰਦੇ, ਅਨਰਸ਼ੀਆ ਇੰਗਲਿਸ਼ ਦੇ ਵਿੱਚ। ਇਹ ਕੀ ਹੁੰਦੇ? ਕਹਿੰਦਾ ਵਸਤੂ ਦਾ ਉਹ ਗੁਣ ਜਿਸ ਕਰਕੇ ਉਹ ਬਿਨਾਂ ਬਾਹਰੀ ਬਲ ਤੋਂ ਬਰਾਮ ਅਵਸਥਾ ਜਾਂ ਆਪਣੀ ਗਤੀ ਵਿੱਚ ਤਬਦੀਲੀ ਨਾ ਕਰੇ, ਵੀ ਜਿੱਦਾਂ ਚਿਰ ਬਾਹਰੀ ਫੋਰਸ ਉਹਦੇ 'ਤੇ ਨਾ ਲੱਗੇ ਤਾਂ ਉਹ ਆਪਣੀ ਗਤੀ 'ਚ ਨਾ ਤਬਦੀਲੀ ਕਰੇ। ਜੇ ਗਤੀ 'ਚ ਜੇ ਗਤੀ 'ਚ ਚੱਲ ਰਹੀ ਹੈ ਕੋਈ ਵਸਤੂ ਤਾਂ ਗਤੀ ਨਾ ਬਦਲੇ, ਜੇ ਉਹ ਰੈਸਟ ਪੋਜੀਸ਼ਨ 'ਤੇ ਆ ਤਾਂ ਆਪਣੀ ਰੈਸਟ ਪੋਜੀਸ਼ਨ ਨਾ ਛੱਡੇ, ਉਹਨੂੰ ਆਪਾਂ ਜੜਤਾ ਕਹਿ ਦਿੰਦੇ ਹਾਂ। ਇਹ ਜਿਹੜੀ ਜੜਤਾ, ਜਿਹਨੂੰ ਅਨਰਸ਼ੀਆ ਕਹਿ ਦਿੰਦੇ ਹਾਂ, ਇਹ ਪੁੰਜ 'ਤੇ ਨਿਰਭਰ ਕਰਦਾ ਹੈ। ਜੜਤਾ ਪੁੰਜ, ਪੁੰਜ ਕੀ ਹੁੰਦਾ? ਮਾਸ। ਠੀਕ ਆ। ਹੁਣ ਜਿਸ ਵਸਤੂ ਦਾ ਪੁੰਜ ਜ਼ਿਆਦਾ ਹੋਊਗਾ
ਉਸ ਦੀ ਜੜਤਾ ਵੀ ਜ਼ਿਆਦਾ ਹੋ ਜੂ। ਜਿਵੇਂ ਕਿ ਹੁਣ ਸਾਈਕਲ ਤੇ ਟਰੱਕ ਦੇ ਮੁਕਾਬਲੇ ਲਾ ਲਓ, ਹੁਣ ਸਾਈਕਲ ਦਾ ਕੀ ਆ ਪੁੰਜ, ਸਾਈਕਲ ਦਾ ਪੁੰਜ ਮਾਸ ਘੱਟ ਆ, ਟਰੱਕ ਦਾ ਜ਼ਿਆਦਾ, ਇਹਦਾ ਮਤਲਬ ਉਹਦਾ ਇਨਰਸ਼ੀਆ, ਉਹਦੀ ਜੜਤਾ ਜ਼ਿਆਦਾ ਹੈ। ਬਸ ਇੱਥੋਂ ਆਪਾਂ ਹਿਸਾਬ ਲਾ ਲੈਣਾ ਵੀ ਇਹਦਾ ਜਿਹਦਾ ਮਾਸ, ਜਿੰਨਾ ਮਾਸ ਜ਼ਿਆਦਾ ਉਹਦੀ ਜੜਤਾ ਜਿਹੜੀ ਇਨਰਸ਼ੀਆ ਉਹਦਾ ਉਨਾ ਹੀ ਜ਼ਿਆਦਾ ਹੋਊ। ਅੱਗੇ ਦੋਸਤੋ ਆ ਜਾਂਦਾ ਇਨਰਸ਼ੀਆ, ਕਹਿੰਦਾ ਜਿਹੜਾ ਹੈ ਜੜਤਾ ਤਿੰਨ ਤਰ੍ਹਾਂ ਦੀ ਹੁੰਦੀ ਹੈ। ਇੱਕ ਹੋ ਜਾਂਦੀ ਹੈ ਬਰਾਮ ਜੜਤਾ ਜਿਹਨੂੰ ਇਨਰਸ਼ੀਆ ਆਫ ਰੈਸਟ ਕਹਿੰਦੇ ਆ, ਇੱਕ ਹੋ ਜਾਂਦੀ ਹੈ ਗਤੀ ਜੜਤਾ ਜਿਹਨੂੰ ਇਨਰਸ਼ੀਆ ਆਫ ਮੋਸ਼ਨ ਕਹਿੰਦੇ ਆ, ਇੱਕ ਆ ਜਾਂਦੀ ਹੈ ਦਿਸ਼ਾ ਜੜਤਾ ਜਿਹਨੂੰ ਇਨਰਸ਼ੀਆ ਆਫ ਡਾਇਰੈਕਸ਼ਨ। ਇਹਦੇ ਤੁਹਾਨੂੰ ਦੱਸਦਾ ਜਿਹੜਾ ਇਨਰਸ਼ੀਆ ਆਫ ਰੈਸਟ ਹੁੰਦਾ ਬਰਾਮ ਜੜਤਾ, ਇਹਦਾ ਮਤਲਬ ਹੁੰਦਾ ਵੀ ਜੇਕਰ ਕੋਈ ਵਸਤੂ ਬਰਾਮ ਹੈ ਤਾਂ ਉਹ ਬਰਾਮ ਸਥਿਤੀ ਵਿੱਚ ਹੀ ਰਹੂਗੀ ਜਿੰਨਾ ਚਿਰ ਉਹਦੇ ਤੇ ਬਾਹਰੀ ਬਲ ਨਾ ਲੱਗੇ। ਇਨਰਸ਼ੀਆ ਆਫ ਮੋਸ਼ਨ ਕੀ ਆ ਗਿਆ ਵੀ ਜੇ ਵਸਤੂ ਕੋਈ ਮੋਸ਼ਨ ਦੇ ਵਿੱਚ ਆ, ਗਤੀ ਦੇ ਵਿੱਚ ਆ, ਤਾਂ ਉਹ ਗਤੀ 'ਚ ਹੀ ਰਹੂਗੀ ਜਿੰਨਾ ਚਿਰ ਉਹਦੇ ਤੇ ਕੋਈ ਬਾਹਰੀ ਬਲ ਨਾ ਲੱਗੇ। ਅੱਗੇ ਆਉਂਦਾ ਦਿਸ਼ਾ ਜੜਤਾ, ਇਨਰਸ਼ੀਆ ਆਫ ਡਾਇਰੈਕਸ਼ਨ, ਵੀ ਕੋਈ ਵਸਤੂ ਕਿਸੇ ਦਿਸ਼ਾ ਵਿੱਚ ਮੂਵ ਕਰ ਰਹੀ ਆ, ਉਹ ਉਨਾ ਚਿਰ ਆਪਣੀ ਦਿਸ਼ਾ ਨਹੀਂ ਬਦਲੂਗੀ ਜਿੰਨਾ ਚਿਰ ਉਹਦੇ ਤੇ ਬਾਹਰੀ ਫੋਰਸ ਜਾਂ ਬਾਹਰੀ ਬਲ ਨਾ ਲੱਗੇ। ਹੁਣ ਐਗਜ਼ਾਮਪਲ ਦੇ ਤੌਰ ਤੇ ਆਪਾਂ ਇਨਰਸ਼ੀਆ ਆਫ ਮੋਸ਼ਨ ਦੀ ਗੱਲ ਲਾ ਲਓ ਵੀ ਜਦੋਂ ਆਪਾਂ ਬੱਸ ਦੇ ਵਿੱਚ ਸਫ਼ਰ ਕਰਦੇ ਹਾਂ, ਬੱਸ ਦੇ ਇੱਕਦਮ ਬ੍ਰੇਕ ਲੱਗ ਜਾਣ ਤਾਂ ਆਪਾਂ ਬੱਸ ਦੀ ਗਤੀ ਦੇ ਨਾਲ ਆਪਣਾ ਸਰੀਰ ਵੀ ਜਿਹੜਾ ਗਤੀ ਕਰਨਾ ਚਾਹੁੰਦਾ ਉਹ ਗਤੀ ਦੇ ਅਕੋਰਡਿੰਗ ਚੱਲਦਾ, ਤੇ ਜਦੋਂ ਬੱਸ ਦੇ ਇੱਕਦਮ ਬ੍ਰੇਕ ਲੱਗ ਜਾਣਾ ਤਾਂ ਆਪਣਾ ਜਿਹੜਾ ਸਰੀਰ ਆ, ਅੱਪਰ ਬੋਡੀ ਆ, ਸਰੀਰ ਦੇ ਉੱਪਰਲਾ ਭਾਗ, ਉਹ ਗਤੀ 'ਚ ਰਹਿਣਾ ਚਾਹੁੰਦਾ। ਤਾਂ ਗਤੀ 'ਚ ਰਹਿਣ ਦੇ ਚੱਕਰ 'ਚ ਜਦੋਂ ਇੱਕਦਮ ਬ੍ਰੇਕ ਲੱਗਦਾ ਤਾਂ ਆਪਣਾ ਸਰੀਰ ਆ ਜਿਹੜਾ ਅੱਗੇ ਵੱਲ ਨੂੰ ਝੁਕ ਜਾਂਦਾ। ਇਹ ਜਿਹੜਾ ਕਾਰਨ ਆ ਜਿੰਨਾ ਵੀ ਹੁੰਦਾ, ਚਾਹੇ ਉਹ ਆਪਾਂ ਜੇ ਗੱਡੀ ਨੂੰ ਕਿਸੇ ਟਰਨ ਦਿੰਦੇ ਹਾਂ, ਡਾਇਰੈਕਸ਼ਨ ਦਿੰਦੇ ਹਾਂ, ਇਹ ਡਾਇਰੈਕਸ਼ਨ ਦਾ ਆ ਗਿਆ, ਤਾਂ ਆਪਾਂ ਜਿਵੇਂ ਲੈਫਟ ਸਾਈਡ ਦੇ ਉੱਤੇ ਗੱਡੀ ਮੋੜੀ ਤਾਂ ਜਿਹੜਾ ਡਰਾਈਵਰ ਆ ਗੱਡੀ ਦਾ ਉਹ ਬਾਹਰ ਵੱਲ ਨੂੰ ਵੀ ਆਪਣੀ ਜਿਹੜੀ ਵਿੰਡੋ ਸਾਈਡ ਵੱਲ ਨੂੰ ਉਹ ਚਲੇ ਜਾਂਦਾ। ਇਹਦੇ ਰਿਲੇਟਡ ਕੁਝ ਕੁਐਸਚਨ ਬਣ ਜਾਂਦੇ। ਤੁਹਾਨੂੰ ਐਗਜ਼ਾਮਪਲ ਦੇ ਤੌਰ ਤੇ ਇੱਕ ਕੁਐਸਚਨ ਦੱਸਦੇ ਹਾਂ ਵੀ ਇੱਦਾਂ ਦੇ ਕੁਐਸਚਨ ਵੀ ਆ ਜਾਂਦੇ ਆ ਵੀ ਜੇ ਬੱਸ ਅਚਾਨਕ ਚੱਲਣਾ ਸ਼ੁਰੂ ਹੁੰਦੀ ਹੈ, ਵੀ ਮੋਸ਼ਨ 'ਚ ਆਉਂਦੀ ਹੈ ਬੱਸ, ਜੇ ਰੈਸਟ ਤੋਂ ਮੋਸ਼ਨ 'ਚ ਆਉਂਦੀ ਹੈ ਤਾਂ ਕਹਿੰਦਾ ਬੱਸ ਵਿੱਚ ਸਵਾਰ ਯਾਤਰੀ ਕਿਸ ਪਾਸੇ ਵੱਲ ਨੂੰ ਝੁਕ ਜਾਣਗੇ। ਤਾਂ ਇਹਦਾ ਰਾਈਟ ਆਨਸਰ ਹੈਗਾ ਦੋਸਤੋ ਆਪਸ਼ਨ ਨੰਬਰ ਏ, ਯਾਨੀ ਕਿ ਬੱਸ ਦੀ ਗਤੀ ਦੀ ਦਿਸ਼ਾ ਦੇ ਉਲਟ, ਕਿਉਂਕਿ ਜਦੋਂ ਬੱਸ ਚੱਲਣਾ ਸ਼ੁਰੂ ਕਰੂਗੀ ਤਾਂ ਬੱਸ ਅੱਗੇ ਨੂੰ ਜਾਊਗੀ, ਪਰ ਆਪਣਾ ਸਰੀਰ ਆ ਪਹਿਲਾਂ ਰੈਸਟ 'ਚ ਹੁੰਦਾ, ਬੱਸ ਵੀ ਰੈਸਟ 'ਚ ਹੁੰਦੀ ਆ, ਆਪਣਾ ਸਰੀਰ ਵੀ, ਤਾਂ ਆਪਣਾ ਸਰੀਰ ਰੈਸਟ 'ਚ ਰਹਿਣਾ ਚਾਹੁੰਦਾ। ਤਾਂ ਕਰਕੇ ਜਦੋਂ ਬੱਸ ਇੱਕਦਮ ਚੱਲਦੀ ਆ ਤਾਂ ਆਪਣਾ ਸਰੀਰ ਆ ਜਿਹੜਾ ਉਹ ਬੱਸ ਦੀ ਗਤੀ ਦੇ ਦਿਸ਼ਾ ਦੇ ਉਲਟ, ਮਤਲਬ ਕਿ ਪਿੱਛੇ ਨੂੰ ਝੁਕ ਜੂਗਾ, ਆਪਾਂ ਪਿੱਛੇ ਨੂੰ ਹੋ ਜਾਵਾਂਗੇ। ਬੱਸ ਅੱਗੇ ਨੂੰ ਚੱਲ ਰਹੀ ਆ, ਉਹਦੀ ਗਤੀ ਦੇ ਉਲਟ ਆਪਾਂ ਪਿੱਛੇ ਨੂੰ ਝੁਕ ਜਾਵਾਂਗੇ। ਤਾਂ ਦੋਸਤੋ ਇਨਰਸ਼ੀਆ ਦੇ ਟਾਈਪ ਤੇ ਕਾਫੀ ਕੁਐਸਚਨ ਬਣ ਜਾਂਦੇ, ਇਨਰਸ਼ੀਆ ਆਫ ਰੈਸਟ ਦੇ ਰਿਲੇਟਡ, ਇਨਰਸ਼ੀਆ ਆਫ ਮੋਸ਼ਨ ਦੇ ਰਿਲੇਟਡ, ਇਨਰਸ਼ੀਆ ਆਫ ਡਾਇਰੈਕਸ਼ਨ ਦੇ ਰਿਲੇਟਡ। ਬਸ ਤੁਹਾਨੂੰ ਜਿਹੜਾ ਪਿੱਛੇ ਕਨਸੈਪਟ ਦੱਸਿਆ ਹੋਇਆ ਉਹਦੇ ਅਕੋਰਡਿੰਗ ਚੱਲਣਾ। ਇਹਦੇ ਰਿਲੇਟਡ ਕੋਈ ਵੀ ਕੁਐਸਚਨ ਆ ਜੇ ਤੁਸੀਂ ਉਹ ਸਹੀ ਆਨਸਰ ਉਹਦਾ ਦੇ ਸਕਦੇ। ਅੱਗੇ ਇੱਕ ਦੋਸਤੋ ਕੁਐਸਚਨ ਬਣ ਜਾਂਦਾ ਵੀ ਜਿਹੜਾ ਇੱਕ ਐਥਲੀਟ ਆ ਕੋਈ, ਕਹਿੰਦਾ ਉਹ ਲੰਬੀ ਛਾਲ ਮਾਰਨ ਤੋਂ ਪਹਿਲਾਂ ਕੁਝ ਦੂਰੀ ਤੋਂ ਭੱਜਣਾ ਕਿਉਂ ਸ਼ੁਰੂ ਕਰਦਾ। ਵੀ ਉਹ ਜਿਵੇਂ ਹੁਣ ਲੰਬੀ ਛਾਲ ਮਾਰਦੀ ਆ ਉਹਨੇ, ਲੌਂਗ ਜੰਪ, ਤਾਂ ਉਹ ਕੁਛ ਪਿੱਛੋਂ ਭੱਜਣਾ ਸ਼ੁਰੂ ਕਰਦਾ, ਕਿਉਂ? ਇਹਦਾ ਕਾਰਨ ਕੀ ਹੈ? ਇਹਦਾ ਰਾਈਟ ਆਨਸਰ ਹੈਗਾ ਆਪਸ਼ਨ ਨੰਬਰ ਡੀ, ਯਾਨੀ ਕਿ ਐਥਲੀਟ ਨੂੰ ਕਹਿੰਦਾ ਦੂਰੋਂ ਭੱਜਣ ਨਾਲ ਗਤੀ ਦੀ ਵਧੇਰੇ ਵਿਸ਼ਾਲਤਾ ਮਿਲਦੀ ਹੈ। ਵਿਸ਼ਾਲਤਾ ਦਾ ਮਤਲਬ ਗਤੀ ਜੜਤਾ ਹੋ ਜਾਂਦੀ ਹੈ। ਇਨਰਸ਼ੀਆ ਆਫ ਮੋਸ਼ਨ ਦਾ ਇੱਥੇ ਰੂਲ ਲੱਗ ਜਾਂਦਾ, ਕਿਉਂਕਿ ਜਦੋਂ ਉਹ ਦੂਰੋਂ ਭੱਜਣਾ ਸਟਾਰਟ ਕਰਦਾ ਤਾਂ ਬਾਡੀ ਉਹਦੀ ਆ ਕੇ ਉਸ ਪੁਆਇੰਟ 'ਤੇ ਜਿੱਥੇ ਜੰਪ ਕਰਨਾ ਤਾਂ ਬਾਡੀ ਉਹਦੀ ਜਦੋਂ ਪਹਿਲਾਂ ਮੋਸ਼ਨ 'ਚ ਆ ਤਾਂ ਅੱਗੇ ਵੀ ਮੋਸ਼ਨ 'ਚ ਰਹਿਣਾ ਚਾਹੂਗੀ, ਤਾਂ ਇਸੇ ਕਰਕੇ ਉਹਦਾ ਜਿਹੜਾ ਮੋਸ਼ਨ ਆ ਉਹਨੂੰ ਜ਼ਿਆਦਾ ਵਿਸ਼ਾਲਤਾ ਕਹਿ ਲਓ, ਜਾਂ ਇਨਰਸ਼ੀਆ ਆਫ ਮੋਸ਼ਨ ਗਤੀ ਜੜਤਾ ਉਹਨੂੰ ਜ਼ਿਆਦਾ ਮਿਲ ਜਾਂਦੀ ਹੈ। ਅੱਗੇ ਦੋਸਤੋ ਇੱਕ ਟਰਮ ਆ ਜਾਂਦੀ ਆ ਵੀ ਜਿਹੜੀ ਮੇਨ ਆ ਗਈ ਨਿਊਟਨ ਦੇ ਨਿਯਮ, ਨਿਊਟਨਸ ਲਾ ਆਫ ਮੋਸ਼ਨ। ਹੁਣ ਜਿਹੜਾ ਨਿਊਟਨ ਦਾ ਪਹਿਲਾ ਨਿਯਮ ਕੀ ਕਹਿੰਦਾ, ਇਹਨੂੰ ਲਾ ਆਫ ਇਨਰਸ਼ੀਆ ਵੀ ਕਹਿੰਦੇ ਆ। ਇੱਕ ਇਹਦਾ ਨਾਮ ਹੁੰਦਾ ਸੀ ਇਹਦਾ ਗੈਲੀਲੀਓ, ਇੱਕ ਗੈਲੀਲੀਓ ਲਾ ਹੁੰਦਾ, ਗੈਲੀਲੀਓ ਲਾ ਆਫ ਮੋਸ਼ਨ, ਇਹ ਵੀ ਫਸਟ ਲਾ ਨੂੰ ਕਹਿੰਦੇ ਆ। ਇਹ ਕੀ ਕਹਿੰਦਾ? ਕਹਿੰਦਾ ਕਿ ਜੇਕਰ ਕੋਈ ਕਹਿੰਦਾ ਵਸਤੂ ਗਤੀ ਵਿੱਚ ਹੈ ਤਾਂ ਉਹ ਗਤੀ ਵਿੱਚ ਹੀ ਰਹੇਗੀ, ਜੇਕਰ ਕੋਈ ਵਸਤੂ ਵਿਰਾਮ ਅਵਸਥਾ ਵਿੱਚ ਹੈ, ਰੈਸਟ 'ਚ, ਤਾਂ ਉਹ ਰੈਸਟ 'ਤੇ ਹੀ ਰਹੂਗੀ ਜਿੰਨਾ ਚਿਰ ਉਹਦੇ ਉੱਪਰ ਬਾਹਰੀ ਬਲ ਨਾ ਲਗਾਇਆ ਜਾਵੇ। ਇਹ ਇਹਦਾ ਪਹਿਲਾ ਨਿਯਮ ਆ ਗਿਆ। ਹੁਣ ਤੁਹਾਨੂੰ ਇਹ ਵੀ ਇੱਕ ਕਨਫਿਊਜ਼ਨ ਹੁੰਦੀ ਹੋਊ ਵੀ ਜੇ ਆਪਾਂ ਮੰਨ ਲਓ ਇਹ ਕਹਿੰਦੇ ਆ ਵੀ ਜਿੰਨਾ ਚਿਰ ਕੋਈ ਵਸਤੂ ਗਤੀ 'ਚ ਆ ਤਾਂ ਉਹ ਗਤੀ 'ਚ ਹੀ ਰਹੂਗੀ ਜਿੰਨਾ ਚਿਰ ਬਾਹਰੀ ਬਲ ਨਾ ਲਗਾਇਆ ਜਾਵੇ। ਹੁਣ ਆਪਾਂ ਮੰਨ ਲਓ ਹੁਣ ਜਿਹੜਾ ਆਪਣਾ ਸੀਲਿੰਗ ਫੈਨ ਆ ਗਿਆ, ਛੱਤ ਵਾਲਾ ਪੱਖਾ ਆ ਗਿਆ, ਜਾਂ ਦੂਜਾ ਪੱਖਾ ਆ ਗਿਆ, ਟੇਬਲ ਫੈਨ ਆ ਗਿਆ, ਕੁਛ ਵੀ ਆ ਗਿਆ, ਜਦੋਂ ਆਪਾਂ ਉਹਨੂੰ ਚਲਾ ਦਿੰਦੇ ਹਾਂ, ਮੰਨ ਲਓ ਉਹਨੂੰ ਮੈਂ ਹੱਥ ਨਾਲ ਜਾਂ ਸੋਟੀ ਨਾਲ ਘੁਮਾਤਾ, ਤਾਂ ਪਰ ਉਹ ਕੁਝ ਟਾਈਮ ਬਾਅਦ ਰੁਕ ਜਾਂਦਾ,
ਤਾਂ ਉੱਥੇ ਆਪਾਂ ਕਹਾਂਗੇ ਵੀ ਯਾਰ ਨਿਊਟਨ ਦਾ ਜਿਹੜਾ ਲਾਅ ਨਿਯਮ ਆ ਜਿਹੜਾ ਨਿਊਟਨ ਦਾ ਇਹ ਫੇਲ ਹੋ ਗਿਆ ਵੀ, ਕਿਉਂਕਿ ਉਹਨੇ ਤਾਂ ਇਹ ਕਿਹਾ ਸੀ ਵੀ ਜੇ ਕੋਈ ਵਸਤੂ ਗਤੀ 'ਚ ਆ ਤਾਂ ਉਹ ਗਤੀ 'ਚ ਹੀ ਰਹੂਗੀ। ਪਰ ਇੱਥੇ ਇੱਕ ਹੋਰ ਫੋਰਸ ਹੁੰਦੀ ਆ ਜਿਹਨੂੰ ਆਪਾਂ ਫ੍ਰਿਕਸ਼ਨ ਫੋਰਸ ਕਹਿੰਦੇ ਆ, ਰਗੜ ਵਾਲਾ ਰਹੂਗੀ। ਉਹ ਜੇ ਪੱਖੇ ਨੂੰ ਆਪਾਂ ਹੱਥ ਨਾਲ ਘੁਮਾਤਾ ਉਹ ਘੁੰਮਦੀ ਰਹੂਗਾ ਜੇ ਉਹਦੇ 'ਚ ਰਗੜ ਵਾਲ ਨਾ ਹੋਵੇ, ਫ੍ਰਿਕਸ਼ਨ ਨਾ ਹੋਵੇ। ਪਰ ਉਹਦੇ ਬੈਰਿੰਗਾਂ ਕਰਕੇ ਜਾਂ ਉਹਦੇ ਰੂਟਰ ਕਰਕੇ ਜਿਹੜੀ ਰਗੜ ਵਾਲ ਪੈਦਾ ਹੋ ਗਿਆ ਨਾ, ਉਹ ਰਗੜ ਵਾਲ ਜਿਹੜੀ ਫੋਰਸ ਲੱਗ ਗਈ ਉਹ ਫਿਰ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦੀ ਆ, ਰਗੜ ਆ ਜਿਹੜੀ, ਤਾਂ ਕਰਕੇ ਪੱਖਾ ਰੁਕ ਜਾਂਦਾ। ਨਹੀਂ ਜਿਹੜਾ ਨਿਯਮ ਆ ਇਹ ਪੂਰਾ ਫੁੱਲਫਿਲ ਕਰਦਾ ਵੀ ਜੇ ਕੋਈ ਚੀਜ਼ ਮੋਸ਼ਨ 'ਚ ਤਾਂ ਮੋਸ਼ਨ 'ਚ ਰਹੂਗੀ, ਜੇ ਰੈਸਟ ਤਾਂ ਰੈਸਟ 'ਚ ਰਹੂਗੀ, ਜਿੰਨਾ ਚਿਰ ਉਹਦੇ 'ਤੇ ਬਾਹਰੀ ਵੱਲ ਨਾ ਲਾਏ ਜਾਵੇ। ਹੁਣ ਜਿਹੜੇ ਇੱਥੇ ਆ, ਇੱਥੇ ਕੀ ਇੱਕ ਰਗੜ ਵੱਲ ਬਾਹਰੀ ਫ੍ਰਿਕਸ਼ਨ ਫੋਰਸ ਲੱਗ ਗਈ ਜਿਹਦੇ ਕਰਕੇ ਉਹ ਪੱਖਾ ਜਾਂ ਕੋਈ ਵਸਤੂ ਰੁਕ ਜਾਂਦੀ ਹੈ। ਹੁਣ ਅੱਗੇ ਦੋਸਤੋ ਆ ਜਾਂਦਾ ਨਿਊਟਨ ਦਾ ਦੂਜਾ ਨਿਯਮ, ਜਿਹਨੂੰ ਨਿਊਟਨਸ ਸੈਕੰਡ ਲਾ ਕਹਿੰਦੇ ਆ। ਇਹਦੇ 'ਚ ਕੀ ਹੁੰਦਾ, ਕਹਿੰਦਾ ਜਿਹੜੀ ਫੋਰਸ ਆ ਉਹ ਡਾਇਰੈਕਟਲੀ ਪ੍ਰਪੋਰਸ਼ਨਲ ਹੁੰਦੀ ਆ ਰੇਟ ਆਫ ਚੇਂਜ ਆਫ ਮੋਮੈਂਟਮ ਦੇ। ਹੁਣ ਮੋਮੈਂਟਮ ਕੀ ਹੁੰਦਾ ਪਹਿਲਾਂ ਉਹ ਦੱਸ ਦੇਗੇ ਥੋੜ੍ਹਾ ਜਿਹਾ। ਮੋਮੈਂਟਮ ਦਾ ਮਤਲਬ ਹੁੰਦਾ ਸੰਵੇਗ, ਵੀ ਕਿਸੇ ਵਸਤੂ ਦੇ ਪੁੰਜ ਅਤੇ ਵੇਗ ਦੀ ਗੁਣਾ ਨੂੰ ਇਹਨੂੰ ਪੀ ਨਾਲ ਡਿਨੋਟ ਕਰਦੇ ਆ। ਪੀ ਬਰਾਬਰ ਹੈ ਕਹਿੰਦਾ ਮਾਸ ਇਨਟੂ ਮਾਸ ਗੁਣਾ ਵੈਲੋਸਿਟੀ। ਜਦੋਂ ਮਾਸ ਤੇ ਵੈਲੋਸਿਟੀ ਦੀ ਗੁਣਾ ਬਣਦੀ ਆ ਇਹਨੂੰ ਆਪਾਂ ਮੋਮੈਂਟਮ ਕਹਿ ਦਿੰਦੇ ਆ। ਅੱਗੇ ਤੁਹਾਨੂੰ ਐਗਜ਼ਾਮਪਲ ਵੀ ਦੱਸੂਗਾ। ਕਹਿੰਦਾ ਇਹ ਇੱਕ ਸਦਿਸ਼ ਰਾਸ਼ੀ ਹੈ, ਵੈਕਟਰ ਕੁਆਂਟੀਟੀ ਹੈ, ਕਿਉਂਕਿ ਇਹਦੀ ਦਿਸ਼ਾ ਵੀ ਹੁੰਦੀ ਆ ਵੀ ਕਿੱਧਰ ਨੂੰ ਲੱਗ ਰਿਹਾ, ਤੇ ਇਹਦੀ ਮੈਗਨੀਚਿਊਡ ਵੀ ਹੁੰਦਾ। ਤਾਂ ਜਿਹੜਾ ਨਿਊਟਨ ਦਾ ਦੂਜਾ ਨਿਯਮ ਕੀ ਕਹਿੰਦਾ, ਕਹਿੰਦਾ ਕਿਸੇ ਵਸਤੂ ਦੇ ਸੰਵੇਗ ਮਤਲਬ ਮੋਮੈਂਟਮ ਦੇ ਪਰਿਵਰਤਨ ਦੀ ਦਰ, ਵੀ ਮੋਮੈਂਟਮ ਕਿੰਨਾ ਕੁ ਬਦਲਦਾ, ਉਸ ਵਸਤੂ 'ਤੇ ਲਗਾਏ ਗਏ ਬਲ, ਉਹ ਵਸਤੂ ਦਾ ਜਿੰਨਾ ਬਲ ਲਗਾਇਆ ਕਹਿੰਦਾ ਉਹਦੇ ਕਹਿੰਦਾ ਸਿੱਧਾ ਅਨੁਪਾਤੀ ਹੋਵੇਗਾ ਤੇ ਕਿਰਿਆ ਕਰ ਰਹੇ ਬਲ ਦੀ ਦਿਸ਼ਾ ਵਿੱਚ ਹੀ ਸੰਵੇਗ ਦਾ ਪਰਿਵਰਤਨ ਹੋਊਗਾ। ਵੀ ਜਿੱਧਰ ਨੂੰ ਬਲ ਲਾਇਆ ਆਪਾਂ ਉਸੇ ਦਿਸ਼ਾ ਵਿੱਚ ਹੀ ਸੰਵੇਗ ਜਿਹੜਾ ਮੋਮੈਂਟਮ ਦਾ ਪਰਿਵਰਤਨ ਹੋਊਗਾ। ਵੀ ਜੇ ਆਪਾਂ ਕੋਈ ਚੀਜ਼ ਨੂੰ ਧੱਕਾ ਲਾਇਆ ਤਾਂ ਜਿੱਧਰ ਨੂੰ ਧੱਕਾ ਲਾਇਆ ਉਸ ਡਾਇਰੈਕਸ਼ਨ 'ਚ ਉਹਦਾ ਮੋਮੈਂਟਮ ਅੱਗੇ ਚੇਂਜ ਹੋਊਗਾ। ਯਾਨੀ ਕਿ ਮੋਮੈਂਟਮ ਕੀ ਸੀਗਾ, ਇਹ P ਬਰਾਬਰ ਹੈ ਕਹਿੰਦਾ M ਗੁਣਾ V, ਯਾਨੀ ਕਿ ਮਾਸ ਗੁਣਾ ਵੈਲੋਸਿਟੀ। ਹੁਣ ਜੇ ਆਪਾਂ ਵੈਲੋਸਿਟੀ 0 ਕਰ ਦਈਏ, ਮੰਨ ਕੇ ਚਲੋ ਮਾਸ ਆ ਜਿਹੜਾ ਉਹ ਸਥਿਰ ਪਿਆ, ਵੈਲੋਸਿਟੀ 0 ਕਰ ਦਈਏ ਤਾਂ ਮੋਮੈਂਟਮ ਕੀ ਹੋ ਜਾਊਗਾ, 0। ਤਾਂ ਇੱਥੋਂ ਕੀ ਆ, ਫੋਰਸ ਆ ਜਿਹੜੀ ਕਹਿੰਦਾ ਮਾਸ ਇਨਟੂ ਐਕਸਲਰੇਸ਼ਨ। ਇਹ ਸੈਕੰਡ ਨਿਊਟਨ ਦਾ ਜਿਹੜਾ ਸੈਕੰਡ ਨਿਯਮ ਆ ਪਿੱਛੇ ਤੁਹਾਨੂੰ ਦੱਸਿਆ ਸੀਗਾ, ਜਿਹੜਾ ਫੋਰਸ ਦਾ ਇਕੁਏਸ਼ਨ ਆ ਇਹ ਇੱਥੋਂ ਬਣਦੀ ਆ, ਮਾਸ ਇਨਟੂ ਐਕਸਲਰੇਸ਼ਨ। ਵੀ ਮਾਸ ਆ ਕੋਈ, ਕਿੰਨੇ ਐਕਸਲਰੇਟ ਨਾਲ ਉਹ ਮੂਵਮੈਂਟ ਕਰ ਰਿਹਾ, ਉਹ ਬਲ ਹੋਊਗਾ ਆਪਣਾ। ਹੁਣ ਜੇ ਤੁਹਾਨੂੰ ਮੈਂ ਮੋਮੈਂਟਮ ਦੀ ਐਗਜ਼ਾਮਪਲ ਦੇਵਾਂ, ਮੋਮੈਂਟਮ ਕੀ ਹੁੰਦਾ, ਸੰਵੇਗ, ਇਹ ਹੁੰਦਾ ਮਾਸ ਇਨਟੂ ਵੈਲੋਸਿਟੀ। ਹੁਣ ਮੰਨ ਲਓ ਕੋਈ ਟਰੱਕ ਆ, ਆਪਾਂ ਕਹਿੰਦੇ ਆ ਵੀ ਟਰੱਕ ਆ ਜਿਹੜਾ ਵੀ ਯਾਰ ਸਿੱਧੀ ਟੱਕਰ ਹੋ ਗਈ, ਦੋ ਟਰੱਕ ਆ ਮੰਨ ਲਓ ਆਪਸ 'ਚ ਉਹਨਾਂ ਦਾ ਐਕਸੀਡੈਂਟ ਹੋ ਗਿਆ, ਸਿੱਧੀ ਟੱਕਰ ਹੋਈ, ਵੀ ਇੱਕ ਦੂਜੀ ਸਾਈਡ ਤੋਂ ਆ ਰਿਹਾ ਸੀ, ਇੱਕ ਸਾਹਮਣੇ ਆ ਰਿਹਾ ਸੀ, ਆਮਣ ਸਾਹਮਣੇ ਟੱਕਰ ਹੋ ਗਈ। ਤਾਂ ਉਸ ਕੇਸ ਦੇ ਵਿੱਚ ਕੀ ਹੋਊਗਾ, ਆਪਾਂ ਕਹਿੰਦੇ ਯਾਰ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ, ਆਮਣੇ ਸਾਹਮਣੇ ਟੱਕਰ ਹੋਈ ਹੈ ਇਹਨਾਂ ਦੀ। ਉਸ ਕੇਸ ਦੇ ਵਿੱਚ ਕੀ ਹੋਊਗਾ, ਕਿਉਂਕਿ ਮੋਮੈਂਟਮ ਹਾਈ ਹੋ ਗਿਆ। ਕਿਵੇਂ? ਕਿਉਂਕਿ ਮਾਸ ਤਾਂ ਉਹਨਾਂ ਦਾ ਹੈਗਾ ਜ਼ਿਆਦਾ, ਅੱਗੇ ਕੀ ਹੈ ਵੈਲੋਸਿਟੀ ਵੀ ਜ਼ਿਆਦਾ ਹੋ ਗਈ। ਹੁਣ ਉਧਰੋਂ ਵੈਲੋਸਿਟੀ ਉਹਦੀ ਹੋ ਗਈ, ਇੱਧਰੋਂ ਇਹਦੀ ਹੋ ਗਈ। ਹੁਣ ਜੇ ਇੱਕ ਦੂਜੇ ਦੇ ਪਿੱਛੋਂ ਟੱਕਰ ਹੋਵੇ ਉਹਦੇ ਨਾਲ ਕੀ ਆ, ਹੁਣ ਜੇ ਟਰੱਕ ਪਹਿਲਾਂ ਟਰੱਕ 50 ਦੀ ਸਪੀਡ 'ਤੇ ਜਾਂਦਾ ਸੀ, ਪਿੱਛੋਂ ਟਰੱਕ ਆ ਜਿਹੜਾ 60 ਦੀ ਸਪੀਡ 'ਤੇ ਆ ਰਿਹਾ ਸੀ। ਹੁਣ 60 ਦੀ ਸਪੀਡ ਵਾਲਾ ਟਰੱਕ ਜਦੋਂ ਓਵਰਟੇਕ ਕਰਨ ਲੱਗਿਆ ਉਹਦੇ ਵਿੱਚ ਲੱਗ ਗਿਆ। ਪਰ ਉੱਥੇ ਉਸ ਕੇਸ ਦੇ ਵਿੱਚ ਜੇ ਉਹਨਾਂ ਦੀ ਰਿਲੇਟਿਵ ਵੈਲੋਸਿਟੀ ਮਤਲਬ ਮੂਹਰਲੇ ਟਰੱਕ ਦੇ ਸੰਬੰਧਿਤ ਪਿਛਲੇ ਟਰੱਕ ਦੀ ਵੈਲੋਸਿਟੀ ਦੇਖਾਂਗੇ ਤਾਂ ਕਿੰਨੀ ਵੈਲੋਸਿਟੀ ਹੋਗੀ, ਜਸਟ ਉਹਨਾਂ ਦੀ ਸਪੀਡ ਕਿੰਨੀ ਹੋਗੀ ਤਾਂ 10 ਕਿਲੋਮੀਟਰ ਪਰ ਆਰ। ਕਿਉਂਕਿ ਪਹਿਲਾ 50 ਤੇ ਜਾਂਦਾ, ਦੂਜਾ 60 ਤੇ ਜਾਂਦਾ, ਤਾਂ ਜਿਹੜੇ ਅਗਲੇ ਨੂੰ ਤਾਂ ਇਹੀ ਲੱਗੂ ਵੀ ਪਿਛਲਾ ਯਾਰ 10 ਕਿਲੋਮੀਟਰ ਦੀ ਸਪੀਡ 'ਤੇ ਆ ਰਿਹਾ। ਤਾਂ ਉਸ ਕੰਡੀਸ਼ਨ ਦੇ ਵਿੱਚ ਆਪਾਂ ਕਹਿੰਦੇ ਵੀ ਘੱਟ ਨੁਕਸਾਨ ਹੋਗਾ, ਕਿਉਂਕਿ ਉੱਥੇ ਕੀ ਆ ਮੋਮੈਂਟਮ ਘੱਟ ਜਾਂਦਾ। ਹੁਣ ਜੇ ਮਾਸ ਘੱਟ ਆ, ਹੁਣ ਜਿਵੇਂ ਮੰਨ ਲਓ ਖੜੇ ਟਰੱਕ ਦੇ ਵਿੱਚ ਆਪਾਂ ਮਰੂਤੀ ਕਾਰ ਮਾਰ ਗਏ ਜਾਂ ਸਾਈਕਲ ਵੱਜੇ, ਤਾਂ ਹੁਣ ਟਰੱਕ ਦਾ ਕੀ ਨੁਕਸਾਨ ਹੋਊਗਾ, ਕਿਉਂਕਿ ਜਿਹੜਾ ਸਾਈਕਲ ਦਾ ਭਾਰ ਆ, ਮਾਸ ਆ, ਉਹ ਬਹੁਤ ਘੱਟ ਆ। ਵੈਲੋਸਿਟੀ ਚਾਹੇ ਆਪਾਂ ਕਿੰਨੀ ਵੀ ਤੇਜ਼ ਕਰਕੇ ਮਾਰਦੇ, ਤਾਂ ਇਹ ਆ ਜਿਹੜੀ ਕੰਡੀਸ਼ਨ ਇਹ ਮੋਮੈਂਟਮ ਦੇ ਉੱਤੇ ਡਿਪੈਂਡ ਕਰਦੀ। ਤਾਂ ਦੋਸਤੋ ਜਿਹੜਾ ਨਿਊਟਨ ਦਾ ਤੀਜਾ ਨਿਯਮ ਤੇ ਹੋਰ ਕਾਫੀ ਸਾਰੀਆਂ ਜਿਹੜੀਆਂ ਡੈਫੀਨੇਸ਼ਨਾਂ ਤੇ MCQ ਆਪਾਂ ਨੈਕਸਟ ਵੀਡੀਓ 'ਚ ਕਵਰ ਕਰਾਂਗੇ। ਤਾਂ ਦੋਸਤੋ ਅੱਜ ਲਈ ਇੰਨਾ ਹੀ। ਜੇ ਤੁਹਾਨੂੰ ਵੀਡੀਓ ਚੰਗੀ ਲੱਗੀ, ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਓ ਦੋਸਤੋ। ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਘੰਟੀ ਵਾਲਾ ਬਟਨ ਜ਼ਰੂਰ ਦਬ ਦਿਓ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਜੈ ਹਿੰਦ।